ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਖੀ ਭਾਈ ਤਾਰੂ ਸਿੰਘ ਜੀ ਸ਼ਹੀਦ ਭਾਗ ਦੂਜਾ ਸਰਵਣ ਕਰਾਂਗੇ। ਪਹਿਲੇ ਭਾਗ ਵਿੱਚ ਅਸੀਂ ਸਰਵਣ ਕੀਤਾ ਸੀ ਕਿ ਜ਼ਕਰੀਆ ਖਾਨ ਦੇ ਸਿਪਾਹੀ ਭਾਈ ਸਾਹਿਬ ਨੂੰ ਆਪਣੇ ਨਾਲ ਬੰਦੀ ਬਣਾ ਕੇ ਲਾਹੌਰ ਲੈ ਜਾ ਰਹੇ ਹਨ। ਤਾਂ ਪਿੰਡ ਵਾਸੀਆਂ ਨੇ ਸੋਚਿਆ ਅਸੀਂ ਸਾਰੇ ਪਿੰਡ ਵਾਸੀ ਰਲ ਕੇ ਭਾਈ ਸਾਹਿਬ ਨੂੰ ਛੁਡਵਾ ਲਈਏ। ਇਹ 10-12 ਸਿਪਾਹੀ ਸਾਡਾ ਕੀ ਵਿਗਾੜ ਲੈਣਗੇ। ਤਾਂ ਪਿੰਡ ਵਾਸੀਆਂ ਨੇ ਸੋਚਿਆ ਅਸੀਂ ਜਦੋਂ ਭਾਈ ਸਾਹਿਬ ਦੀਆਂ ਜੰਜੀਰਾਂ ਕੱਟ ਦੇਵਾਂਗੇ ਤਾਂ ਉਹਨਾਂ ਨੂੰ ਪੂਹਲੇ ਪਿੰਡ ਵਾਪਿਸ ਲੈ ਆਵਾਂਗੇ। ਜਦੋਂ ਇਹ ਸਭ ਭਾਈ ਸਾਹਿਬ ਨੂੰ ਪਤਾ ਲੱਗਿਆ ਤਾਂ ਭਾਈ ਸਾਹਿਬ ਕਹਿਣ ਲੱਗੇ ਕਿ ਸ਼ਹਾਦਤ ਦੀ ਦਾਤ ਕਈ ਜਨਮਾਂ ਦੀ ਘੋਰ ਤਪੱਸਿਆ ਤੋਂ ਬਾਅਦ ਮਿਲਦੀ ਹੈ। ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਮੈਂ ਵੀ ਤੁਹਾਨੂੰ ਪਿਆਰ ਕਰਦਾ ਹਾਂ। ਜੋ ਸਾਡੀ ਆਜ਼ਾਦੀ ਲਈ ਸਾਡੀ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ ਬਾਹਰ ਜੰਗਲਾਂ ਵਿੱਚ ਬੈਠੇ ਨੇ, ਜੇ ਮੈਨੂੰ ਪਿਆਰ ਕਰਦੇ ਹੋ ਤਾਂ ਸਿਪਾਹੀਆਂ ਨੂੰ ਨਾ ਮਾਰੋ, ਉਹਨਾਂ ਨੂੰ ਜਾਣ ਦਿਓ। ਮੇਰੇ ਜਾਣ ਤੋਂ ਬਾਅਦ ਘਰ ਘਰ ਵਿੱਚ ਦੇਗਾਂ ਤਪਾ ਦਿਓ, ਹਰ ਇੱਕ ਘਰ ਦੇ ਵਿੱਚ ਲੰਗਰ ਚਲਾ ਦਿਓ। ਇੱਕ ਘਰ ਲੰਗਰ ਬੰਦ ਹੋ ਰਿਹਾ ਹੈ, ਜਦੋਂ ਘਰ ਘਰ ਲੋਹਾਂ ਦੇਗਾਂ ਤਪਣਗੀਆਂ, ਪ੍ਰਸ਼ਾਦੇ ਦਾਲਾਂ ਦਾ ਲੰਗਰ ਜੰਗਲ ਵਿੱਚ ਜਾਵੇਗਾ ਤਾਂ ਮੈਂ ਸਮਝਾਂਗਾ ਤੁਸੀਂ ਭਾਈ ਤਾਰੂ ਸਿੰਘ ਨੂੰ ਪਿਆਰ ਕਰਦੇ ਹੋ। ਭਾਈ ਸਾਹਿਬ ਨੇ ਕਿਹਾ, ਜੰਗਲਾਂ ਵਿੱਚ ਬੈਠੇ ਗੁਰਸਿੱਖਾਂ ਦੀ ਮਦਦ ਕਰੋ, ਉਹ ਸਾਰੇ ਆਪਣੇ ਲਈ ਬੈਠੇ ਨੇ, ਇਹਨਾਂ ਸਿਪਾਹੀਆਂ ਨੂੰ ਜਾਣ ਦਿਓ। ਭਾਈ ਤਾਰੂ ਸਿੰਘ ਜੀ ਨੇ ਕਿਹਾ, ਸਿੱਖੀ ਮਿਲ ਸਕਦੀ ਹੈ ਪਰ ਸ਼ਹਾਦਤ ਹਰ ਕਿਸੇ ਦੇ ਨਸੀਬ ਵਿੱਚ ਨਹੀਂ ਹੁੰਦੀ। ਪਿੰਡ ਦੇ ਲੋਕ ਭਾਈ ਸਾਹਿਬ ਨੂੰ ਲੈ ਕੇ ਬਹੁਤ ਪਰੇਸ਼ਾਨ ਸਨ। ਉਹ ਭਾਈ ਤਾਰੂ ਸਿੰਘ ਜੀ ਨੂੰ ਸਿਪਾਹੀਆਂ ਤੋਂ ਛੁਡਵਾਉਣਾ ਚਾਹੁੰਦੇ ਸਨ, ਪਰ ਭਾਈ ਸਾਹਿਬ ਦੀਆਂ ਦਲੀਲਾਂ ਅੱਗੇ ਪਿੰਡ ਵਾਸੀ ਮਜਬੂਰ ਹੋ ਗਏ। ਉਹ ਮਜਬੂਰ ਹੋ ਗਏ ਪਿੰਡ ਵਾਪਿਸ ਜਾਣ ਨੂੰ। ਆਖਿਰ ਉਹਨਾਂ ਨੂੰ ਭਾਈ ਸਾਹਿਬ ਦੀ ਗੱਲ ਮੰਨਣੀ ਪਈ। ਭਾਈ ਸਾਹਿਬ ਚੱਲਣ ਲੱਗੇ ਸੀ ਤਾਂ ਮਾਤਾ ਨੂੰ ਨਮਸਕਾਰ ਕੀਤੀ ਸੀ। ਮਾਤਾ ਨੇ ਪਿੱਠ ਥਪਥਪਾਈ ਸੀ, ਮਾਂ ਨੇ ਮੱਥਾ ਚੁੰਮਿਆ। ਭਾਈ ਸਾਹਿਬ ਦਾ ਚਿਹਰਾ ਦਗ-ਦਗ ਕਰ ਰਿਹਾ ਸੀ। ਭਾਈ ਸਾਹਿਬ ਦੇ ਕਾਲੇ ਕਾਲੇ ਕੇਸ ਤੇ ਦਾੜੇ ਬਾਰੇ ਮਾਤਾ ਜੀ ਨੇ ਪੁੱਤਰ ਨੂੰ ਕਿਹਾ, ਮੈਂ ਜਿਵੇਂ ਤੈਨੂੰ ਦਹੀਆਂ ਮੱਖਣਾਂ ਨਾਲ ਪਾਲਿਆ ਹੈ ਉਸੇ ਤਰ੍ਹਾਂ ਤੇਰੇ ਕੇਸ ਵੀ ਪਾਲੇ ਨੇ। ਮੈਨੂੰ ਤੇਰੀ ਸ਼ਹਾਦਤ ਦੀ ਖਬਰ ਚਾਹੇ ਮਿਲ ਜਾਵੇ ਪਰ ਜਿਉਂਦੇ ਜੀ ਇਹ ਖਬਰ ਨਾ ਸੁਣਾਈ ਦੇਵੇ ਕਿ ਭਾਈ ਤਾਰੂ ਸਿੰਘ ਡੋਲ ਗਿਆ ਏ। ਭਾਈ ਸਾਹਿਬ ਕਹਿਣ ਲੱਗੇ, ਮਾਂ ਤੂੰ ਅਰਦਾਸ ਕਰੀ ਮੈਂ ਡੋਲਾ ਨਾ। ਤੇਰੇ ਪੁੱਤ ਦੀ ਜੋ ਖਬਰ ਆਏਗੀ ਉਸ ਨਾਲ ਤੇਰਾ ਸਿਰ ਨੀਵਾਂ ਨਹੀਂ ਸਗੋਂ ਹਮੇਸ਼ਾ ਦੇ ਲਈ ਉੱਚਾ ਹੋ ਜਾਵੇਗਾ। ਭੈਣ ਨੇ ਵੀ ਭਾਈ ਸਾਹਿਬ ਨੂੰ ਪਿਆਰ ਕੀਤਾ ਸੀ। ਭੈਣ ਤੇ ਮਾਤਾ ਦੋਵਾਂ ਨੇ ਭਾਈ ਸਾਹਿਬ ਨੂੰ ਤੋਰਿਆ ਸੀ। ਭਾਈ ਸਾਹਿਬ ਨੂੰ ਲਾਹੌਰ ਲੈ ਜਾਇਆ ਜਾ ਰਿਹਾ ਸੀ। ਭਾਈ ਸਾਹਿਬ ਦੀਆਂ ਦਲੀਲਾਂ ਅੱਗੇ ਪਿੰਡ ਵਾਸੀਆਂ ਦਾ ਕੋਈ ਜ਼ੋਰ ਨਾ ਚੱਲਿਆ। ਆਖਿਰ ਉਹ ਵਾਪਿਸ ਪਿੰਡ ਆ ਗਏ। ਲਾਹੌਰ 'ਚ ਜ਼ਕਰੀਆ ਖਾਨ ਦੇ ਸਾਹਮਣੇ ਭਾਈ ਸਾਹਿਬ ਨੂੰ ਲਿਜਾਇਆ ਗਿਆ। ਭਾਈ ਰਤਨ ਸਿੰਘ ਭੰਗੂ ਅਨੁਸਾਰ ਬਹੁਤ ਸਾਰੇ ਸਵਾਲ ਪੁੱਛੇ ਗਏ ਸਨ ਭਾਈ ਸਾਹਿਬ ਤੋਂ। ਭਾਈ ਸਾਹਿਬ ਪੂਰੀ ਪਰਪੱਕਤਾ ਨਾਲ ਜਵਾਬ ਦਿੰਦੇ ਗਏ। ਆਖਿਰ ਉਹਨਾਂ ਨੇ ਬਹੁਤ ਲਾਲਚ ਦਿੱਤੇ, ਮਾਇਆ ਦੇ ਲਾਲਚ ਦਿੱਤੇ। ਉਹਨਾਂ ਨੂੰ ਕਿਹਾ, ਤੁਹਾਡੇ ਰਾਜਕੁਮਾਰੀਆਂ ਨਾਲ ਵਿਆਹ ਕੀਤੇ ਜਾਣਗੇ, ਤੁਹਾਨੂੰ ਡੋਲੇ ਵੀ ਦਿੱਤੇ ਜਾਣਗੇ। ਇੱਕ ਕੰਮ ਕਰ, ਤੂੰ ਸਿੱਖੀ ਤਿਆਗ ਦੇ, ਸਿੱਖ ਧਰਮ ਛੱਡ ਦੇ। ਭਾਈ ਸਾਹਿਬ ਨੇ ਇੱਕ ਹੀ ਗੱਲ ਕਹੀ ਸੀ, ਮੈਂ ਸਰੀਰ ਤਿਆਗਣ ਆਇਆ ਹਾਂ, ਮੈਂ ਸਿੱਖੀ ਤਿਆਗਣ ਨਹੀਂ ਆਇਆ। ਮੈਂ ਤਨ ਤਿਆਗ ਦਾਂਗਾ ਪਰ ਮੈਂ ਸਿੱਖੀ ਨਹੀਂ ਤਿਆਗ ਸਕਦਾ। ਭਾਈ ਰਤਨ ਸਿੰਘ ਭੰਗੂ ਲਿਖਦੇ ਨੇ, ਜਦੋਂ ਨਵਾਬ ਨੇ ਕਿਹਾ ਸੀ ਤੂੰ ਹੋ ਮੁਸਲਮਾਨ ਤਬ ਤੇਰੀ ਛੱਡਾਂਗਾ ਮੈਂ ਜਾਨ, ਤਾਂ ਗੁਰਸਿੱਖ ਨੇ ਕਿਹਾ ਸੀ ਹਮ ਸਿਦਕ ਨਾ ਹਾਰੈ, ਇਸ ਸਿਦਕ ਪਰ ਹਮ ਕਈ ਜਨਮ 100 ਬਾਰ ਹੈ। ਤੂੰ ਮੁਸਲਮਾਨ ਬਣਨ ਨੂੰ ਕਹਿ ਰਿਹਾ ਹੈ, ਮੈਂ ਮੁਸਲਮਾਨ ਬਣਨ ਨਹੀਂ ਆਇਆ। ਤੈਨੂੰ ਤੇਰਾ ਮਜ਼ਹਬ ਮੁਬਾਰਕ, ਪਰ ਮੈਂ ਸਿੱਖ ਹਾਂ, ਮੈਨੂੰ ਸਿੱਖ ਧਰਮ ਹੀ ਪਿਆਰਾ ਹੈ। ਮੈਂ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਕੋਲ ਜਾਣ ਆਇਆ, ਤੂੰ ਮੈਨੂੰ ਅੱਗੇ ਤੋਰ। ਭਾਈ ਸਾਹਿਬ ਜੀ ਨੇ ਕਿਹਾ, ਮੈਨੂੰ ਸਿੱਖੀ ਪਿਆਰੀ ਹੈ, ਕੇਸਾਂ ਸਵਾਸਾਂ ਸੰਗ ਨਿਭਾਵਾਂਗਾ।
ਜ਼ਕਰੀਆ ਖਾਨ ਕਹਿੰਦਾ, ਸਿੱਖੀ ਕੇਸਾਂ ਦੀ ਗੱਲ ਕਰਦਾ ਹੈ? ਮੈਂ ਜੁੱਤੀਆਂ ਮਾਰ ਮਾਰ ਤੇਰੇ ਕੇਸ ਲਾ ਦਿਆਂਗਾ। ਭਾਈ ਸਾਹਿਬ ਤੇ ਕੇਸਾਂ ਦੀ ਗੱਲ ਸੁਣਦੇ ਹੀ ਕਿਹਾ, ਮੈਨੂੰ ਆਪਣੇ ਗੁਰੂ ਤੇ ਭਰੋਸਾ ਹੈ, ਤੂੰ ਜੁੱਤੀ ਨਾਲ ਸਿਰ ਤੋਂ ਕੇਸ ਲਾਉਣ ਦੀ ਗੱਲ ਕਰਦਾ ਹੈ? ਮੇਰੇ ਸਤਿਗੁਰ ਦੀ ਕਿਰਪਾ ਨਾਲ ਮੈਂ ਤੈਨੂੰ ਜੁੱਤੀ ਨਾਲ ਅੱਗੇ ਲਗਾ ਕੇ ਲੈ ਜਾਵਾਂਗਾ। ਗੁੱਸੇ 'ਚ ਆਏ ਨਵਾਬ ਨੇ ਉਸ ਵੇਲੇ ਕਈ ਮੋਚੀ ਬੁਲਾਏ, ਕਿਹਾ ਭਾਈ ਸਾਹਿਬ ਦੇ ਕੇਸ ਕੱਟਣ ਲਈ। ਤੇ ਕਹਿੰਦੇ ਹਨ, ਨਾਈ ਭਾਈ ਸਾਹਿਬ ਦੇ ਨੇੜੇ ਹੁੰਦੇ ਸਨ ਤਾਂ ਭਾਈ ਸਾਹਿਬ ਦੀਆਂ ਅੱਖਾਂ ਵਿੱਚੋਂ ਇੰਨੇ ਤੇਜ਼ ਪ੍ਰਤਾਪ ਪੈਦਾ ਹੁੰਦਾ ਸੀ, ਨਾਈਆਂ ਨੂੰ ਭਾਈ ਸਾਹਿਬ ਕੋਲ ਜਾਣ 'ਤੇ ਵੀ ਡਰ ਲੱਗਦਾ ਸੀ। ਕੇਸ ਕੱਟਣ ਵਾਲਿਆਂ ਦੇ ਹੱਥਾਂ ਵਿੱਚੋਂ ਕੈਂਚੀਆਂ ਡਿੱਗ ਪਈਆਂ ਸਨ। ਕਈ ਥਾਵਾਂ 'ਤੇ ਇਹ ਵੀ ਜ਼ਿਕਰ ਹੋਇਆ ਕਿ ਕੇਸ ਲੋਹੇ ਦੀਆਂ ਤਾਰਾਂ ਦੀ ਤਰ੍ਹਾਂ ਲੱਗਦੇ ਸਨ। ਪਰ ਜੇ ਸਿੱਖੀ ਕਮਾਉਣੀ ਹੋਵੇ ਤਾਂ ਕਿਸੇ ਦੀ ਕੀ ਹਿੰਮਤ ਉਹ ਕੇਸ ਕੱਟ ਜਾਣ। ਮੋਚੀ ਬੁਲਾਏ ਗਏ। ਰਤਨ ਸਿੰਘ ਭੰਗੂ ਅਨੁਸਾਰ ਮੋਚੀਆਂ ਨੇ ਭਾਈ ਸਾਹਿਬ ਸਾਹਮਣੇ ਰੰਬੀਆਂ ਤਿੱਖੀਆਂ ਕੀਤੀਆਂ, ਨਾਲ ਹਥੌੜਾ ਵੀ ਲਿਆ। ਉਹਨਾਂ ਨੇ ਕਿਹਾ, ਪੈਣੀ ਥੀ ਰੰਬੀ ਰੱਖੀ। ਰੰਬੀ ਇੱਕ ਔਜ਼ਾਰ ਹੈ ਜੋ ਚਮੜਾ ਕੱਟਣ ਲਈ ਵਰਤਿਆ ਜਾਂਦਾ ਹੈ। ਭਾਈ ਸਾਹਿਬ ਦੇ ਸਾਹਮਣੇ ਰੰਬੀਆਂ ਨੂੰ ਤਿੱਖਾ ਕੀਤਾ ਗਿਆ। ਰੰਬੀਆਂ ਤਿੱਖੀਆਂ ਕਰਨ ਤੋਂ ਬਾਅਦ ਰੰਬੀ ਨੂੰ ਉਹਨਾਂ ਦੇ ਮੱਥੇ ਦੇ ਸਾਹਮਣੇ, ਮੱਥੇ ਦੇ ਵਿਚਕਾਰ ਲਗਾਇਆ ਗਿਆ। ਤਿੱਖੀ ਰੰਬੀ ਪਹਿਲਾਂ ਮੱਥੇ 'ਤੇ ਲਾਈ, ਫਿਰ ਪੂਰੇ ਜ਼ੋਰ ਨਾਲ ਹਥੌੜਾ ਮਾਰ ਕੇ ਮੱਥੇ ਦਾ ਮਾਸ ਪੱਟਿਆ ਗਿਆ। ਫਿਰ ਮੱਥੇ ਥੱਲੇ ਜਦੋਂ ਹੱਡੀ ਆਈ, ਉਸ ਹੱਡੀ ਨੂੰ ਚੀਰਦੇ ਹੋਏ ਪਹਿਲਾਂ ਸੱਜੇ 'ਚ ਘੁਮਾ ਕੇ ਕੰਨਾਂ ਵੱਲ, ਫਿਰ ਗਿੱਚੀ ਤੱਕ ਲੈ ਗਏ। ਉਸੇ ਤਰ੍ਹਾਂ ਹੀ ਦੂਸਰਾ ਪਾਸਾ ਵੀ ਪੱਟਿਆ ਗਿਆ। ਮੱਥੇ ਤੋਂ ਖੱਬੇ ਕੰਨਾਂ 'ਤੇ, ਫਿਰ ਗਿੱਚੀ ਤੱਕ। ਮੱਥੇ ਤੋਂ ਮਾਰ ਕੇ ਸ਼ੁਰੂ ਕੀਤਾ ਗਿਆ, ਫਿਰ ਗਿੱਚੀ ਤੱਕ ਲਿਜਾ ਕੇ ਪੂਰੇ ਕੇਸਾਂ ਸਮੇਤ ਗਿੱਚੀ ਵਾਲੀ ਸਾਈਡ ਤੋਂ ਭਾਈ ਸਾਹਿਬ ਦੀ ਖੋਪੜੀ ਪੱਟ ਲਈ ਗਈ। ਹੁਣ ਸਿਰ ਉੱਪਰ ਖੋਪਰ ਹੈ। ਭਾਈ ਰਤਨ ਸਿੰਘ ਲਿਖਦੇ ਨੇ, ਭਾਈ ਸਾਹਿਬ ਦਾ ਚਿਹਰਾ ਬਹੁਤ ਸੋਹਣਾ ਸੀ। ਜਿਵ ਜਿਵ ਸਿੰਘਨ ਤੁਰਕ ਸਤਾਵੈ, ਤਿਉਂ ਤਿਉਂ ਸਿੰਘਨ ਮੁਖ ਲਾਲੀ ਆਵੇ। ਉਹ ਦੁੱਖ ਦੇਈ ਜਾਣ, ਉਹ ਹਥੌੜੇ ਮਾਰੀ ਜਾਣ, ਪਰ ਗੁਰਸਿੱਖ ਗੁਰੂ ਗੁਰੂ ਕਰੀ ਜਾਂਦਾ ਹੈ। ਧੰਨ ਸੀ ਉਹ ਗੁਰਸਿੱਖ ਜੋ ਗੁਰੂ ਦੇ ਭਾਣੇ ਨੂੰ ਮਿੱਠਾ ਕਰਕੇ ਮੰਨ ਰਿਹਾ ਸੀ। ਜਿਹੋ ਜਿਹਾ ਲਾਲ ਰੰਗ ਦਾ ਖੂਨ ਸੀ, ਉਹੋ ਜਿਹਾ ਲਾਲ ਰੰਗ ਭਾਈ ਦੇ ਚਿਹਰੇ ਦਾ ਸੀ। ਨਾਮ ਜਪਦੇ ਰਹੇ ਭਾਈ ਸਾਹਿਬ। ਖੋਪਰੀ ਉਤਾਰ ਦਿੱਤੀ ਗਈ। ਸਾਰਾ ਮੂੰਹ, ਸਾਰਾ ਦਾੜਾ, ਪੂਰਾ ਸਰੀਰ ਖੂਨ ਨਾਲ ਭਿੱਜ ਗਿਆ, ਜਿਵੇਂ ਮਾਨੋ ਕਿਸੇ ਨਦੀ ਵਿੱਚੋਂ ਕੋਈ ਚੁੰਬੀ ਮਾਰ ਕੇ ਬਾਹਰ ਨਿਕਲਿਆ ਹੋਵੇ। ਜਿਸ ਤਰ੍ਹਾਂ ਸਰੀਰ ਪੂਰਾ ਪਾਣੀ ਨਾਲ ਭਿੱਜ ਜਾਂਦਾ ਹੈ, ਠੀਕ ਉਸੇ ਤਰ੍ਹਾਂ ਭਾਈ ਤਾਰੂ ਸਿੰਘ ਜੀ ਦਾ ਪੂਰਾ ਸਰੀਰ ਖੂਨ ਨਾਲ ਭਿੱਜ ਜਾਂਦਾ ਹੈ। ਉੱਧਰ ਭਾਈ ਸਾਹਿਬ ਦੀ ਖੋਪੜੀ ਉਤਾਰੀ ਗਈ। ਦੂਸਰੇ ਪਾਸੇ ਖਾਨ ਬਹਾਦਰ ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਪੈ ਗਿਆ। ਸਾਰੀ ਰਾਤ ਬਿਲਕਿਆ, ਕਲਪਿਆ ਅਤੇ ਉਹ ਡਰ ਗਿਆ। ਸੋਚਣ ਲੱਗਾ, ਕੱਲ੍ਹ ਮੈਂ ਇਹੋ ਜਿਹੇ ਪਰਮਾਤਮਾ ਨੂੰ, ਮਨੁੱਖਤਾ ਦਾ ਭਲਾ ਕਰਨ ਵਾਲੇ ਨੂੰ ਇੰਨਾ ਦੁੱਖ ਦਿੱਤਾ ਹੈ। ਪਰ ਉਹ ਗੁਰਸਿੱਖ ਆਪਣੇ ਗੁਰੂ ਦੀ ਬਾਣੀ ਵਿੱਚ ਲੀਨ ਰਿਹਾ। ਸ਼ਾਇਦ ਜ਼ਕਰੀਆ ਖਾਂ ਪਛਤਾਵਾ ਕਰ ਰਿਹਾ ਸੀ। ਉਸਨੂੰ ਲੱਗ ਰਿਹਾ ਸੀ ਕਿ ਇਹ ਸਭ ਭਾਈ ਸਾਹਿਬ ਨੂੰ ਸਜ਼ਾ ਦੇਣ ਦੇ ਕਾਰਨ ਹੋਇਆ। ਭਾਈ ਸਾਹਿਬ ਅਜੇ ਜਿਉਂਦੇ ਸੀ। ਉਹ ਸਾਰਾ ਦਿਨ ਉੱਚੀ ਉੱਚੀ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੀ। ਉਹ ਜਿੰਨੇ ਦਿਨ ਜਿਉਂਦੇ ਰਹੇ, ਜਪਜੀ ਸਾਹਿਬ ਦੀ ਬਾਣੀ ਉੱਚੀ ਉੱਚੀ ਉਚਾਰੀ ਗਈ। ਜ਼ਕਰੀਆ ਖਾਨ ਨੂੰ ਪਿਸ਼ਾਬ ਦਾ ਬੰਨ ਠੀਕ ਨਾ ਹੋਇਆ ਤੇ ਉਹ ਪਛਤਾਵੇ ਵਿੱਚ ਭਾਈ ਸੁਵੇਗ ਸਿੰਘ ਨਾਲ ਰਾਬਤਾ ਕਾਇਮ ਕਰਨ ਲੱਗਾ, ਜਿਨ੍ਹਾਂ ਨੂੰ ਬਾਅਦ ਵਿੱਚ ਚਰਖੜੀ 'ਤੇ ਚਾੜ੍ਹਿਆ ਗਿਆ ਸੀ। ਜ਼ਕਰੀਆ ਖਾਨ ਭਾਈ ਸੁਵੇਗ ਸਿੰਘ ਨੂੰ ਕਹਿਣ ਲੱਗਾ, ਮੈਨੂੰ ਪਤਾ ਹੈ ਮੈਂ ਬਹੁਤ ਵੱਡਾ ਗੁਨਾਹ ਕੀਤਾ ਹੈ।
ਕਿਸੇ ਵੀ ਤਰ੍ਹਾਂ ਮੇਰੀ ਭੁੱਲ ਬਖਸ਼ਾ ਦਿਓ। ਜ਼ਕਰੀਆ ਖਾਂ ਨੇ ਉੱਥੇ ਬਾਣੀ ਦਾ ਵੀ ਜ਼ਿਕਰ ਕੀਤਾ ਹੈ ਤੇ ਕਿਸੇ ਵਿਦਵਾਨ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਜ਼ਕਰੀਆ ਖਾਨ ਨੇ 5000 ਰੁਪਇਆ ਦੇਗ ਕਰਕੇ ਮੇਰੀ ਚੰਗੀ ਸਿਹਤ ਲਈ ਅਰਦਾਸ ਕਰਨ ਦੇ ਲਈ ਵੀ ਦਿੱਤਾ। ਜਦੋਂ ਭਾਈ ਸੁਵੇਗ ਸਿੰਘ ਨੂੰ ਇਹ ਦੱਸਿਆ ਗਿਆ, ਭਾਈ ਸਾਹਿਬ ਦੀ ਖੋਪੜੀ ਉਤਾਰ ਦਿੱਤੀ ਗਈ ਹੈ, ਉਸ ਵੇਲੇ ਹਰ ਕੋਈ ਜੋ ਵੀ ਸੁਣਦਾ ਸੀ ਉਹ ਕਹਿੰਦਾ ਸੀ, ਅੱਜ ਰਾਤ ਸੂਬੇ ਨੂੰ ਮਾਰ ਮੁਕਾਵਾਂਗੇ, ਅੱਜ ਰਾਤ ਸੂਬੇ ਨੂੰ ਮਾਰ ਮੁਕਾ ਦਿਓ। ਐਨੀ ਮਾਨਵਤਾ ਦੀ ਸੇਵਾ ਕਰਨ ਵਾਲੇ ਸਿਦਕੀ ਸਿੱਖ ਨੂੰ ਬਿਨਾਂ ਗੁਨਾਹ ਦੇ ਸਜ਼ਾ ਦਿੱਤੀ ਗਈ ਹੈ। ਸੂਬੇ ਨੂੰ ਵੱਢ ਦਿਓ। ਕਈ ਅਰਦਾਸਾਂ ਕਰ ਰਹੇ ਸਨ, ਭਾਈ ਸਾਹਿਬ ਦੀ ਸ਼ਹੀਦੀ ਤੋਂ ਪਹਿਲਾਂ ਅਸੀਂ ਮਰ ਜਾਈਏ। ਉੱਧਰ ਜ਼ਕਰੀਆ ਖਾਨ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਹੋਇਆ। ਜ਼ਕਰੀਆ ਖਾਨ ਨੇ ਵੈਦਾਂ ਨੂੰ ਵੀ ਬੁਲਾਇਆ, ਜੋਤਸ਼ੀਆਂ ਨੂੰ ਵੀ ਬੁਲਾਇਆ, ਹਕੀਮਾਂ ਨੂੰ ਬੁਲਾਇਆ ਇਲਾਜ ਦੇ ਲਈ, ਪਰ ਉਸ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਹੋਇਆ। ਵੱਡੇ ਵੱਡੇ ਵੈਦਾਂ ਹਕੀਮਾਂ ਦੀਆਂ ਜੜੀਆਂ ਬੂਟੀਆਂ ਦਵਾਈਆਂ ਕੋਈ ਕੰਮ ਨਾ ਆਈਆਂ, ਨਾ ਹੀ ਕਿਸੇ ਜੋਤਸ਼ੀ ਦੇ ਮੰਤਰ ਕੰਮ ਆਏ। ਫਿਰ ਭਾਈ ਸੁਵੇਗ ਸਿੰਘ ਜੀ ਨਾਲ ਜ਼ਕਰੀਆ ਖਾਨ ਨੇ ਫਿਰ ਤੋਂ ਰਾਬਤਾ ਕਾਇਮ ਕੀਤਾ। ਭਾਈ ਸੁਵੇਗ ਸਿੰਘ ਜੀ ਨੇ ਭਾਈ ਤਾਰੂ ਸਿੰਘ ਜੀ ਨਾਲ ਗੱਲ ਕੀਤੀ, ਪਰ ਭਾਈ ਤਾਰੂ ਸਿੰਘ ਜੀ ਬੋਲੇ, ਮੈਂ ਨਹੀਂ, ਹੁਣ ਜੋ ਕੁਝ ਹੈ ਪੰਥ ਹੈ, ਮੈਂ ਨਹੀਂ ਕੁਝ ਕਰ ਸਕਦਾ, ਜੋ ਕਰੇ ਸੋ ਪੰਥ ਕਰੇ। ਉਸ ਵੇਲੇ ਭਾਈ ਸੁਵੇਗ ਸਿੰਘ ਜੀ ਨੇ ਪੰਥ ਦੀ ਹਜ਼ੂਰੀ ਵਿੱਚ ਕਿਹਾ ਕਿ ਉਸ ਪੂਰਨ ਪੁਰਖ ਸੇਵਾ ਦੀ ਮੂਰਤ ਨੂੰ ਨਵਾਬ ਨੇ ਕਿਹਾ ਸੀ, ਤੇਰੇ ਜੂਤਨ ਸੇਤੀ ਬਾਲ ਉਤਾਰ। ਫਿਰ ਭਾਈ ਤਾਰੂ ਸਿੰਘ ਨੇ ਨਵਾਬ ਨੂੰ ਜਵਾਬ ਵਿੱਚ ਕਿਹਾ ਸੀ, ਮੈਂ ਤੈਨੂੰ ਮਾਰੂ ਜੂਤਨ ਕੀ ਮਾਰ, ਤੂੰ ਮੈਨੂੰ ਨਹੀਂ ਮਾਰ ਸਕਣਾ। ਮੇਰੇ ਵਾਹਿਗੁਰੂ 'ਤੇ ਮੈਨੂੰ ਪੂਰਾ ਯਕੀਨ ਹੈ। ਉਹਨਾਂ ਦੇ ਬੋਲਾਂ ਅਨੁਸਾਰ ਪੰਥ ਨੇ ਇਹ ਗੱਲ ਕਹੀ, ਭਾਈ ਤਾਰੂ ਸਿੰਘ ਜੀ ਦੀ ਜੁੱਤੀ ਲਈ ਜਾਵੇ, ਨਵਾਬ ਦੇ ਸਿਰ ਵਿੱਚ ਮਾਰੀ ਜਾਵੇ। ਜਿੰਨੀਆਂ ਜੁੱਤੀਆਂ ਨਵਾਬ ਦੇ ਸਿਰ ਵਿੱਚ ਮਾਰੀਆਂ ਜਾਣਗੀਆਂ, ਓਨਾ ਹੀ ਨਵਾਬ ਨੂੰ ਆਰਾਮ ਮਿਲੇਗਾ, ਪਰ ਨਵਾਬ ਬਚ ਨਹੀਂ ਸਕਦਾ। ਕਈ ਥਾਵਾਂ 'ਤੇ 20 ਦਿਨਾਂ ਦੀ, ਕਈ ਥਾਵਾਂ 'ਤੇ 21 ਦਿਨਾਂ ਦਾ ਜ਼ਿਕਰ ਆਇਆ, ਪਰ ਭਾਈ ਤਾਰੂ ਸਿੰਘ ਜੀ 22 ਦਿਨ ਸਰੀਰ ਵਿੱਚ ਰਹੇ। ਉਹ ਗੁਰਬਾਣੀ ਦਾ ਪਾਠ ਕਰਦੇ ਰਹਿੰਦੇ ਸਨ। ਭਾਈ ਤਾਰੂ ਸਿੰਘ ਜੀ ਦੇ ਚਰਨਾਂ ਦੀ ਜੁੱਤੀ ਨਵਾਬ ਜ਼ਕਰੀਆ ਖਾਨ ਦੇ ਸਿਰ 'ਚ ਮਾਰਦੇ। ਜਦੋਂ ਤੱਕ ਜੁੱਤੀ ਸਿਰ 'ਚ ਮਾਰਦੇ ਰਹਿੰਦੇ, ਉਦੋਂ ਤੱਕ ਉਸਨੂੰ ਆਰਾਮ ਮਿਲਦਾ ਰਹਿੰਦਾ, ਪਰ ਅਖੀਰ ਭਾਈ ਤਾਰੂ ਸਿੰਘ ਜੀ ਦੀ ਜੁੱਤੀ ਨਾਲ ਨਵਾਬ ਦੀ ਮੌਤ ਹੋ ਗਈ। ਸਾਰੇ ਗੁਰਸਿੱਖ ਇਕੱਠੇ ਹੋ ਕੇ ਕਹਿਣ ਲੱਗੇ, ਸੱਚ ਹੈ, ਇਸ ਮਹਾਨ ਸੇਵਾ ਦੀ ਮੂਰਤ ਪੂਰਨ ਪੁਰਖ ਦੇ ਬਚਨ ਪੂਰੇ ਹੋਏ। ਉੱਧਰ ਭਾਈ ਤਾਰੂ ਸਿੰਘ ਜੀ ਵਾਸਤੇ ਹਕੀਮਾਂ ਤੇ ਵੈਦਾਂ ਦਾ ਪ੍ਰਬੰਧ ਕੀਤਾ ਗਿਆ। ਵਿਦਵਾਨ ਕਹਿੰਦੇ ਹਨ, ਭਾਈ ਸੁਵੇਗ ਸਿੰਘ ਜੀ ਨੇ ਭਾਈ ਤਾਰੂ ਸਿੰਘ ਜੀ ਦੇ ਲਈ ਖੋਪੜੀ ਦਾ ਵੀ ਪ੍ਰਬੰਧ ਕੀਤਾ। ਭਾਈ ਤਾਰੂ ਸਿੰਘ ਜੀ ਕਹਿਣ ਲੱਗੇ, ਹੁਣ ਦਵਾਈ ਨਹੀਂ, ਹੁਣ ਮੇਰੇ ਲਈ ਅਰਦਾਸ ਕਰੋ। ਹੁਣ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਸਰੋਵਰ 'ਚੋਂ ਜਲ ਲਿਆਂਦਾ ਜਾਵੇ ਮੇਰੇ ਲਈ। ਤੁਸੀਂ ਮੇਰੇ ਲਈ ਅਰਦਾਸ ਕਰੋ, ਮੈਂ ਕੱਲ੍ਹ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੋਦ ਵਿੱਚ ਚਲਾ ਜਾਵਾਂ। ਮੇਰੇ ਲਈ ਤੁਸੀਂ ਦੁਆ ਕਰੋ। ਭਾਈ ਤਾਰੂ ਸਿੰਘ ਜੀ ਨੇ ਭਾਈ ਸੁਵੇਗ ਸਿੰਘ ਜੀ ਨੂੰ ਕਿਹਾ, ਮੇਰੇ ਲਈ ਲੱਕੜਾਂ ਦਾ ਪ੍ਰਬੰਧ ਕਰੋ, ਮੈਂ ਸਰੋਵਰ ਵਿੱਚੋਂ ਲਿਆਂਦੇ ਹੋਏ ਜਲ ਨਾਲ ਇਸ਼ਨਾਨ ਕਰਨਾ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਲਿਆਂਦੇ ਗਏ ਪਵਿੱਤਰ ਜਲ ਨਾਲ ਭਾਈ ਸਾਹਿਬ ਜੀ ਨੂੰ ਇਸ਼ਨਾਨ ਕਰਵਾਇਆ ਗਿਆ। ਭਾਈ ਤਾਰੂ ਸਿੰਘ ਜੀ ਦਾ ਜੰਮਿਆ ਹੋਇਆ ਖੂਨ ਧੋਤਾ ਗਿਆ, ਜਪਜੀ ਸਾਹਿਬ ਦਾ ਪਾਠ ਕੀਤਾ ਗਿਆ, ਦੇਗ ਬਣਾਈ ਗਈ, ਆਨੰਦ ਸਾਹਿਬ ਦੀ ਬਾਣੀ ਦਾ ਵੀ ਜਾਪ ਕੀਤਾ ਗਿਆ।
ਆਨੰਦ ਸਾਹਿਬ ਦੇ ਪਾਠ ਤੋਂ ਪਿੱਛੋਂ ਅਰਦਾਸ ਵੀ ਕੀਤੀ ਗਈ। ਸਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਿਆ। ਉੱਧਰ ਭਾਈ ਤਾਰੂ ਸਿੰਘ ਜੀ ਮਾਨੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚੋਂ ਲੰਘ ਰਹੇ ਹੋਣ ਅਤੇ ਉੱਥੇ ਉਹਨਾਂ ਨੂੰ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਕੋਲ ਸਥਾਨ ਮਿਲ ਗਿਆ ਹੋਵੇ। ਹੁਣ ਭਾਈ ਤਾਰੂ ਸਿੰਘ ਜੀ ਦਾ ਕੇਵਲ ਸਰੀਰ ਰਹਿ ਗਿਆ ਸੀ। ਇੱਥੇ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਤਾਰੂ ਸਿੰਘ ਨੂੰ ਸੱਜੇ ਪਾਸੇ ਬਿਠਾਇਆ ਹੋਇਆ ਆਪਣੇ। ਭਾਈ ਮਨੀ ਸਿੰਘ ਜੀ ਵੀ ਉਹਨਾਂ ਦੇ ਕੋਲ ਨੇ। ਇਹ ਉਹਨਾਂ ਦੇ ਵਿਚਾਰ ਨੇ। ਅੰਤ ਭਾਈ ਤਾਰੂ ਸਿੰਘ ਜੀ ਨੇ ਆਪਣੇ ਪੰਥ ਲਈ, ਆਪਣੇ ਗੁਰੂ ਦੀ ਮੋਹਰ ਕੇਸਾਂ ਦੇ ਲਈ ਸ਼ਹੀਦੀ ਪ੍ਰਾਪਤ ਕਰ ਲਈ। ਗੁਰੂ ਚਰਨਾਂ ਵਿੱਚ ਸਥਾਨ ਵੀ ਪ੍ਰਾਪਤ ਕਰ ਲਿਆ। ਧੰਨ ਹੈ ਤੇਰੀ ਸਿੱਖੀ ਸੱਚੇ ਪਾਤਸ਼ਾਹ। ਧੰਨ ਹਨ ਉਹ ਗੁਰਸਿੱਖ ਜੋ ਤੇਰੀ ਸਿੱਖੀ ਤੋਂ ਕੁਰਬਾਨ ਹੋਏ। ਧੰਨ ਹਨ ਉਹ ਮਹਾਨ ਪੁਰਖ ਜਿਨ੍ਹਾਂ ਨੇ ਸਿੱਖੀ ਸਿਦਕ ਆਪਣੇ ਕੇਸਾਂ ਸੁਆਸਾਂ ਸੰਗ ਨਿਭਾਈ। ਧੰਨ ਹਨ ਉਹ ਮਾਵਾਂ ਜਿਨ੍ਹਾਂ ਨੇ ਮਹਾਨ ਸ਼ਹੀਦਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਅਨੇਕਾਂ ਤਸੀਹੇ ਝੱਲ ਕੇ ਵੀ ਸਿੱਖੀ ਨੂੰ ਬਚਾਇਆ। ਧੰਨ ਹਨ ਭਾਈ ਤਾਰੂ ਸਿੰਘ ਜੀ। ਧੰਨ ਹਨ ਭਾਈ ਤਾਰੂ ਸਿੰਘ ਜੀ ਸ਼ਹੀਦ, ਜਿਨ੍ਹਾਂ ਨੇ ਆਪਣਾ ਨਾਮ ਸ਼ਹੀਦਾਂ ਦੀ ਕਤਾਰ ਵਿੱਚ ਸੁਨਹਿਰੀ ਅੱਖਰਾਂ ਵਿੱਚ ਦਰਜ ਕਰਵਾ ਕੇ ਅਮਰ ਸ਼ਹੀਦ ਦਾ ਦਰਜਾ ਹਾਸਿਲ ਕੀਤਾ। ਉਹਨਾਂ ਨੇ ਨਾ ਕੇਵਲ ਸਿੱਖੀ ਨੂੰ ਹੀ ਬਚਾਇਆ, ਸਗੋਂ ਪੂਰੀ ਇਨਸਾਨੀਅਤ ਦੀ ਰਾਖੀ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇੰਨੇ ਤਸੀਹਾਂ ਦੇ ਬਾਵਜੂਦ ਵੀ ਭਾਈ ਤਾਰੂ ਸਿੰਘ ਜੀ ਸਿਦਕੋਂ ਨਾ ਡੋਲੇ। ਉਹ ਕਿਸੇ ਲਾਲਚ ਵਿੱਚ ਨਾ ਆਏ। ਉਹਨਾਂ ਨੇ ਵਾਹਿਗੁਰੂ ਦਾ ਭਾਣਾ ਮੰਨ ਕੇ ਸ਼ਹੀਦੀ ਦਾ ਜਾਮ ਪੀ ਲਿਆ। ਧੰਨ ਹਨ ਭਾਈ ਤਾਰੂ ਸਿੰਘ ਜੀ। ਧੰਨ ਹਨ ਗੁਰੂ ਦੇ ਪਿਆਰੇ ਸਿੱਖ ਭਾਈ ਤਾਰੂ ਸਿੰਘ ਜੀ ਸ਼ਹੀਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।